श्री नानक पद पंकज बंदन पद पंकज बंदन सिमरो अंगद दोख निकंदन अमरदास गुर हृदय ध्यावो हृदय ध्यावो श्री गुरु रामदास गुण गावो श्री अर्जन बेगनन के नाशक बिघ्नन के नाशक हरि गोबिंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह बिघ्न विनाशन सोए वाहिगुरु जी की फतेह बिघ्न विनाशन सोए कालू कलही क्रूर कठोरा एक न मान्यो तै बच मोरा जुगो जुग अटल ਸਾਹਿਬ श्री गुरु ग्रंथ साहिब जी महाराज जी की पावन पवित्र हजूरी अंदर हाजरियां भर रहे अत सत्कारयोग सत्संगी जड़ो दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां दी अपार रहमत दे सदका जिथे असीं पिछले दीवाना दे विच धन गुरु नानक साहिब जी महाराज जी के जीवन के बाबत विचार सरवण करते आ रहे हैं। कल के दीवाना दे विच असीं इत्थों तक विचार सरवण कर चुके हाँ कि धन गुरु नानक साहिब जी महाराज जी के नाल जो उन्हां दे पिता मेहता कालू जी रवैया वरतते ने वो सारा दृष्टांत जिन्हां लोगों ने अपनियां अखां दे नाल वेखिया सी जिथे अपने पुत्र नूं देख के मां दे मन की जिहड़ी ममता है वैराग धारण कर लैंदी नाल ही नाल उन्हां जिन्हां लोगों ने सारा कुछ देखिया वो सारे लोग राय गुलार जी के पास उस स्थान के उत्ते पहुंचते हैं जिथे राय गुलार जी सभा लगा के बैठे। जदों राय गुलार जी नूं सारा दसदे ने तां राय गुलार जी अपने एक नौकर नूं धन गुरु नानक साहिब जी महाराज अते मेहता कालू जी नूं बुलाउण वास्ते भेजते हैं। ते जदों धन गुरु नानक साहिब जी महाराज जी दे सीस दे उत्ते उन्हां दे सोहणे मुखड़े दे उत्ते गल्लां दे उत्ते निशान देखने तां राय गुलार जी अपने मन दे विच बैराग धारण कर लैंदे ने ते धन गुरु नानक साहिब जी महाराज जी नूं अपने गल दे नाल लगा के अपनी गलवकड़ी दे विच लै के
ਉਹ ਜਿੱਥੇ ਪ੍ਰੇਮ ਕਰਦੇ ਨੇ ਉੱਥੇ ਰਾਏ ਬੁਲਾਰ ਜੀ ਦੇ ਅੱਖਾਂ ਦੇ ਜਿਹੜੇ ਹੰਝੂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਰਾਏ ਬੁਲਾਰ ਜੀ ਅਕਾਲ ਪੁਰਖ ਦੀ ਜੋਤ ਕਰਕੇ ਮੰਨਦੇ ਨੇ, ਉਹਨਾਂ ਦਾ ਅਦਬ, ਉਹਨਾਂ ਦਾ ਸਤਿਕਾਰ ਕਰਦੇ ਨੇ। ਇਸੇ ਤਰ੍ਹਾਂ ਹੁਣ ਬਹੁਤ ਕੁਝ ਕਹਿਣ ਦਾ ਯਤਨ ਤਾਂ ਰਾਏ ਬੁਲਾਰ ਜੀ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ, ਪਰ ਮਨ ਦੇ ਵਿੱਚ ਵਿਰਾਗ ਪੈਦਾ ਹੋਇਆ ਹੋਣ ਦੇ ਕਾਰਨ ਕੁਝ ਵੀ ਬੋਲ ਨਹੀਂ ਸਕਦੇ। ਤੇ ਇੰਨੇ ਨੂੰ ਫਿਰ ਜਦੋਂ ਮਹਿਤਾ ਕਾਲੂ ਜੀ ਦੇ ਵੱਲ ਵੇਖਦੇ ਨੇ ਤਾਂ ਮਨ ਦੇ ਵਿੱਚ ਹੋਰ ਗੁੱਸਾ, ਉਹਨਾਂ ਨੇ ਆਪਣਾ ਕਠੋਰ ਸੁਭਾਅ ਜਿਹੜਾ ਹੈ ਰਾਏ ਬੁਲਾਰ ਜੀ ਨੇ ਧਾਰਨ ਕੀਤਾ। ਜਿਹੜੇ ਵੀ ਸਭਾ ਦੇ ਵਿੱਚ ਲੋਕ ਬੈਠੇ ਨੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਅਥਾਹ ਪ੍ਰੇਮ ਪਿਆਰ ਹੈ, ਉੱਥੇ ਮਹਿਤਾ ਕਾਲੂ ਜੀ ਦੇ ਬਾਬਤ ਉਹ ਵੀ ਗੁੱਸੇ ਭਰਿਆ ਜਿਹੜਾ ਹੈ ਸੁਭਾਅ ਉਹ ਧਾਰਨ ਕਰ ਲੈਂਦੇ ਨੇ। ਤੇ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਕੁਝ ਗੁੱਸੇ ਦੇ ਵਿੱਚ ਵਚਨ ਆਖਦੇ ਨੇ। ਕੀ ਵਚਨ ਆਖਦੇ ਨੇ ਉਹ ਅੱਜ ਅਸੀਂ ਇਸ ਦੀਵਾਨ ਦੇ ਵਿੱਚ ਪ੍ਰਸੰਗ ਸਰਵਣ ਕਰਾਂਗੇ। ਆਓ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਾਲੂ ਕਲਹੀ ਕਰੂਰ ਕਠੋਰਾ, ਏਕ ਨ ਮਾਨਿਓ ਤੈ ਬਚ ਮੋਰਾ। ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਗੁੱਸੇ ਦੇ ਵਿੱਚ ਆਖਦੇ ਨੇ ਵੀ ਤੁਹਾਡਾ ਸੁਭਾਅ ਬਹੁਤ ਕਠੋਰ ਹੈ। ਇਹ ਕਾਲੂ, ਕਹਿੰਦੇ ਤੁਸੀਂ ਬਹੁਤ ਝਗੜਾਲੂ ਹੋ, ਤੁਸੀਂ ਆਪਣੇ ਬੱਚਿਆਂ ਦੇ ਨਾਲ, ਆਪਣੇ ਪੁੱਤਰ ਦੇ ਨਾਲ ਬਹੁਤ ਝਗੜਾ ਕਰਦੇ ਹੋ, ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਇਆ ਨਹੀਂ, ਤੁਸੀਂ ਨਿਰਦਈ ਹੋ, ਤੁਹਾਡਾ ਸੁਭਾਅ ਬਹੁਤ ਕਠੋਰ ਹੈ। ਨਰਮਾਈ ਨੂੰ ਛੱਡ ਕੇ ਤੁਸੀਂ ਕਠੋਰਤਾ ਵਾਲਾ ਸੁਭਾਅ ਧਾਰਨ ਕੀਤਾ ਹੋਇਆ ਹੈ। ਇਸ ਕਰਕੇ ਕਹਿੰਦੇ ਜਿਹੜੇ ਬਚਨ ਮੈਂ ਤੁਹਾਨੂੰ ਅੱਜ ਤੱਕ ਕਹੇ ਨੇ ਵੀ ਤੁਸੀਂ ਆਪਣੇ ਪੁੱਤਰ ਦਾ ਚੰਗੇ ਤਰੀਕੇ ਦੇ ਨਾਲ ਖਿਆਲ ਰੱਖਣਾ, ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਆਉਣੀ ਚਾਹੀਦੀ। ਤੇ ਕਹਿੰਦੇ ਤੁਸੀਂ ਉਹਨਾਂ ਵਚਨਾਂ ਦੇ ਵਿੱਚੋਂ ਇੱਕ ਵੀ ਵਚਨ ਆਪਣੇ ਜੀਵਨ ਦੇ ਵਿੱਚ ਨਹੀਂ ਕਮਾਇਆ। ਕਰੁਣਾਹੀਨ ਕੁਸ਼ੀਲ ਘੁਟਾਲੀ, ਸੁਧ ਪਰਲੋਕ ਰਿਦਾ ਤਬ ਖਾਲੀ। ਤੇ ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚ ਪ੍ਰੇਮ ਨੂੰ ਤਿਆਗ ਦਿੱਤਾ ਹੈ, ਪ੍ਰੇਮ ਵਾਲੀ ਭਾਵਨਾ ਨੂੰ ਤਿਆਗ ਕੇ ਆਪਣੇ ਜੀਵਨ ਦੀ ਚਾਲ ਜਿਹੜੀ ਹੈ ਉਹ ਉਲਟ ਚੱਲਣੀ ਸ਼ੁਰੂ ਕਰ ਦਿੱਤੀ ਹੈ। ਤੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਮਾੜੇ ਤਰੀਕੇ ਦੇ ਨਾਲ ਬਤੀਤ ਕਰਦੇ ਹੋ। ਤੇ ਇਹਨਾਂ ਔਗਣਾਂ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਜਿੱਥੇ ਇਹਨਾਂ ਔਗਣਾਂ ਨੂੰ ਥਾਂ ਦਿੱਤੀ ਹੋਈ ਹੈ ਨਾ, ਤਾਂ ਇਸ ਕਾਰਨ ਤੁਸੀਂ ਆਉਣ ਵਾਲੇ ਸਮੇਂ ਦੇ ਬਾਬਤ ਨਹੀਂ ਜਾਣਦੇ, ਤੁਹਾਨੂੰ ਪਰਲੋਕ ਦੀ ਕਿਸੇ ਵੀ ਤਰ੍ਹਾਂ ਦੀ ਖਬਰ ਨਹੀਂ। ਤੇ ਇਸ ਕਰਕੇ ਕਹਿੰਦੇ ਤੁਹਾਡਾ ਜਿਹੜਾ ਹਿਰਦਾ ਹੈ ਗੁਣਾਂ ਤੋਂ ਸਖਣਾ ਹੈ, ਗੁਣਾਂ ਤੋਂ ਖਾਲੀ ਹੈ। ਦਿਨ ਪ੍ਰਤ ਬ੍ਰਿਦਤ ਮਨ ਤਨ ਲੋਭਾ, ਸੁਤ ਸੁਸ਼ੀਲ ਕੀ ਲਖਤ ਨ ਸ਼ੋਭਾ। ਤੇ ਕਹਿੰਦੇ ਦਿਨ ਪ੍ਰਤੀ ਦਿਨ ਤੁਹਾਡੇ ਮਨ ਦੇ ਵਿੱਚ ਧਨ ਦੇ ਪ੍ਰਤੀ ਜਿਹੜਾ ਲੋਭ ਹੈ ਉਹ ਵੱਧਦਾ ਜਾ ਰਿਹਾ। ਤੁਸੀਂ ਧਨ ਪ੍ਰਾਪਤੀ ਕਰਨ ਦੇ ਲਈ ਆਪਣੇ ਮਨ ਦੇ ਵਿੱਚ ਉਹ ਤ੍ਰਿਸ਼ਨਾਵਾਂ, ਉਹ ਲਾਲਚ ਵਾਲੀ ਬਿਰਤੀ ਜਿਹੜੀ ਧਾਰਨ ਕੀਤੀ ਹੋਈ ਹੈ, ਉਹ ਤੁਹਾਡੇ ਜੀਵਨ ਦੇ ਵਿੱਚ ਉਹ ਬਿਰਤੀ ਵੱਧਦੀ ਜਾ ਰਹੀ ਹੈ। ਸੁਤ ਸੁਸ਼ੀਲ ਕੀ ਲਖਤ ਨ ਸ਼ੋਭਾ, ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤਰ ਜਨਮਿਆ ਹੈ ਨਾ, ਤੁਸੀਂ ਉਸ ਦੀ ਸ਼ੋਭਾ ਤੋਂ ਜਾਣੂ ਨਹੀਂ, ਤੁਸੀਂ ਉਸ ਦੀ ਮਹਿਮਾ ਤੋਂ ਜਾਣੂ ਨਹੀਂ ਹੋ। ਤੇ ਇਸ ਕਰਕੇ ਤੁਸੀਂ ਆਪਣੇ ਸੁਭਾਅ ਦੇ ਅਨੁਸਾਰ ਧਨ ਦੇ ਮਗਰ ਹੀ ਭੱਜੇ ਫਿਰਦੇ ਹੋ। ਸੁਖ ਇਸ ਲੋਕ ਹੈ ਦੀਨ ਬੈਸਾਰੀ, ਜਿਨ ਪਰਲੋਕ ਪਰ ਢੀਠ ਸੁਧਾਰੀ। ਤੇ ਕਹਿੰਦੇ ਤੁਸੀਂ ਇਸ ਚੱਲ ਰਹੇ ਸਮੇਂ ਦਾ ਜਿਹੜਾ ਸੁੱਖ ਮੰਨਣਾ ਸੀ, ਜਿਸ ਸੁੱਖ ਨੂੰ ਤੁਸੀਂ ਮੰਨਣਾ ਸੀ, ਉਸ ਸੁੱਖ ਨੂੰ ਤਿਆਗ ਕੇ ਤੁਸੀਂ ਆਉਣ ਵਾਲੇ ਸਮੇਂ ਦੀ ਸੁੱਖ ਦੀ ਮਨ ਦੇ ਵਿੱਚ ਕਲਪਨਾ ਕਰਕੇ ਬੈਠੇ। ਤੁਹਾਡੇ ਘਰ ਦੇ ਵਿੱਚ ਚੰਗਾ ਪੁੱਤਰ ਹੈ, ਆਗਿਆਕਾਰੀ ਹੈ। ਦੁਨੀਆ ਦੇ ਲੋਕ, ਨਗਰ ਦੇ ਲੋਕ ਜਿਹੜੇ ਵੀ ਇਹਨਾਂ ਨੂੰ ਤੱਕਦੇ ਨੇ, ਜਿਹੜੇ ਵੀ ਇਹਨਾਂ ਦੀ ਸੰਗਤ ਕਰਦੇ ਨੇ, ਉਹ ਨਿਹਾਲ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਜਿਹੜਾ ਹੈ ਬਦਲ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਸ ਵੀ ਮਨੁੱਖ ਦੇ ਉੱਤੇ ਨਜ਼ਰ ਪੈ ਜਾਵੇ, ਜਿਸ ਨੂੰ ਇਸ ਵੱਲੀ ਨਿਗਾਹ ਦੇ ਨਾਲ ਪਾਤਸ਼ਾਹ ਜੀ ਦੇਖ ਲੈਂਦੇ ਨੇ, ਉਹਨਾਂ ਸਾਰੇ ਲੋਕਾਂ ਦਾ ਜਿਹੜਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ, ਉਹਨਾਂ ਦਾ ਜੀਵਨ ਸਚਿਆਰਾ ਹੋ ਜਾਂਦਾ। ਤੇ ਇਸੇ ਤਰ੍ਹਾਂ
ਹੁਣ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਆਖਦੇ ਨੇ, ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚ ਦਿਆਲਤਾ ਵਾਲਾ ਸੁਭਾਅ ਨਹੀਂ ਧਾਰਨ ਕੀਤਾ। ਘਰ ਦੇ ਵਿੱਚ ਕਹਿੰਦੇ ਤੁਹਾਡੇ ਪੁੱਤਰ ਹੈ, ਗੁਣਾਂ ਦੀ ਖਾਣ ਹੈ, ਲੋਕ ਇਹਨਾਂ ਦੀ ਸੰਗਤ ਕਰਕੇ ਚੰਗੇ ਗੁਣਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਦੇ ਨੇ, ਪਰ ਕਹਿੰਦੇ ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਨਹੀਂ ਜਾਣਿਆ, ਮਹਿਮਾ ਤੋਂ ਸਖਣੇ ਸੀ, ਇਸ ਕਰਕੇ ਤੁਸੀਂ ਚੰਗੇ ਗੁਣਾਂ ਨੂੰ ਧਾਰਨ ਨਹੀਂ ਕੀਤਾ ਤੇ ਇਸ ਲੋਕ ਦੇ ਸੁੱਖ ਨੂੰ ਤਿਆਗ ਕੇ, ਇਸ ਲੋਕ ਦੇ ਸੁੱਖ ਨੂੰ ਭਾਵ ਚੱਲ ਰਹੇ ਸਮੇਂ ਦੇ ਸੁੱਖ ਨੂੰ ਭੋਗਣ ਬਾਰੇ ਸੋਚਿਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਸੁੱਖ ਪ੍ਰਾਪਤ ਕਰਨ ਬਾਰੇ ਤੁਸੀਂ ਲੱਗੇ ਹੋਏ ਹੋ। ਕਈ ਵਾਰੀ ਮਨੁੱਖ ਦੇ ਜੀਵਨ ਦੇ ਵਿੱਚ ਇਹੋ ਕੁਝ ਹੀ ਵਾਪਰਦਾ, ਜੋ ਕੁਝ ਸਾਨੂੰ ਦਾਤਾਂ ਮਿਲੀਆਂ ਹੁੰਦੀਆਂ ਨੇ, ਅਸੀਂ ਉਹਨਾਂ ਦਾਤਾਂ ਦਾ ਆਨੰਦ ਮਾਣਨ ਦੀ ਬਜਾਏ ਉਹਨਾਂ ਦਾਤਾਂ ਦੇ ਬਾਬਤ ਉਸ ਦਾਤਾਰ ਪ੍ਰਭੂ ਦਾ ਸ਼ੁਕਰਾਨਾ ਕਰਨ ਦੇ ਖਾਤਰ ਸਗੋਂ ਹੋਰ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਤਰਲੇ ਕਰਦੇ ਆ, ਹੋਰ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਅਸੀਂ ਭੱਜੇ ਫਿਰਦੇ ਆ, ਜਿਸ ਦੇ ਕਾਰਨ ਜਿਹੜੀ ਚੀਜ਼ ਸਾਡੇ ਕੋਲ ਹੈ ਉਸ ਦਾ ਵੀ ਅਸੀਂ ਸੁੱਖ ਮਾਣਨ ਤੋਂ ਵਾਂਝੇ ਰਹਿ ਜਾਂਦੇ ਆ। ਤੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਮਨੁੱਖ ਦੇ ਜੀਵਨ ਦਾ ਜ਼ਿਕਰ ਕੀਤਾ ਗਿਆ ਨਾ ਕਿ ਮਨੁੱਖ ਦੇ ਇੱਕ ਪਲ ਦਾ ਵਿਸਾਰ ਨਹੀਂ ਕਿ ਕਦੋਂ ਇਸ ਸੰਸਾਰ ਤੋਂ ਉਹ ਕੂਚ ਕਰ ਜਾਵੇ। ਤੇ ਇਸੇ ਤਰ੍ਹਾਂ ਜਿਹੜਾ ਚੱਲ ਰਿਹਾ ਸਮਾਂ ਹੈ ਉਸ ਸਮੇਂ ਦੀ ਸੰਭਾਲ ਕਰਦੇ ਆ, ਜੋ ਕੁਝ ਵੀ ਸਾਡੇ ਕੋਲ ਹੈ ਸਾਨੂੰ ਉਸ ਦੇ ਵਿੱਚ ਸੰਤੁਸ਼ਟੀ ਰੱਖਣੀ ਚਾਹੀਦੀ ਹੈ, ਸਬਰ ਦੇ ਨਾਲ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ, ਕਿਉਂਕਿ ਆਉਣ ਵਾਲਾ ਸਮਾਂ ਕਿਸੇ ਨੇ ਨਹੀਂ ਦੇਖਿਆ। ਹੁਣ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਪੁੱਤਰ ਦੇ ਬਾਬਤ ਇਹ ਸੋਚਦੇ ਨੇ ਵੀ ਮੇਰਾ ਪੁੱਤ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਧਨਵਾਨ ਹੋਵੇਗਾ, ਚੰਗੀ ਧਨ ਦੌਲਤ ਹੋਵੇਗੀ ਤੇ ਚੰਗੇ ਤਰੀਕੇ ਦੇ ਨਾਲ ਜੀਵਨ ਜਿਹੜਾ ਹੈ ਸੁਖੀ ਬਤੀਤ ਹੋ ਜਾਵੇਗਾ। ਪਰ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਆਖਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਤੁਹਾਡਾ ਪੁੱਤਰ ਸੋਹਣਾ ਹੈ, ਚੰਗੇ ਗੁਣਾਂ ਵਾਲਾ ਹੈ, ਤੁਸੀਂ ਇਸ ਚੀਜ਼ ਦਾ ਸ਼ੁਕਰਾਨਾ ਕਰਨ ਦੀ ਬਾਬਤ ਇਹਨਾਂ ਨੂੰ ਦਬਕਦੇ ਹੋ, ਇਹਨਾਂ ਦੇ ਪ੍ਰਤੀ ਤੁਸੀਂ ਕਠੋਰ ਸੁਭਾਅ ਧਾਰਨ ਕੀਤਾ ਹੈ ਤੇ ਇਸ ਕਰਕੇ ਕਹਿੰਦੇ ਤੁਸੀਂ ਪਰਲੋਕ ਭਾਵ ਆਉਣ ਵਾਲੇ ਸਮੇਂ ਨੂੰ ਸੋਹਣਾ ਬਣਾਉਣ ਬਾਬਤ ਇਹ ਜਿਹੜਾ ਤੁਹਾਡਾ ਸਮਾਂ ਚੱਲ ਰਿਹਾ ਹੈ, ਜਿਹੜਾ ਸੁੱਖਾਂ ਭਰਿਆ ਹੈ, ਇਸ ਦਾ ਆਨੰਦ ਨਹੀਂ ਮਾਣ ਰਹੇ। ਅਸ ਸੁਤ ਚਿਤ ਨ ਤਬ ਕਰ ਮਾਹੀ, ਛਤਰੀ ਬਰਨ ਕਰਮ ਤਸ ਨਾਹੀ। ਤੇ ਹੁਣ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ, ਕਹਿੰਦੇ ਵੀ ਜੋ ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਰਵੱਈਆ ਵਰਤਦੇ ਹੋ, ਜਿਹੋ ਜਿਹਾ ਸੁਭਾਅ ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਧਾਰਨ ਕੀਤਾ ਹੈ, ਤੇ ਕਹਿੰਦੇ ਤੁਹਾਡੇ ਘਰ ਦੇ ਵਿੱਚ ਇਹ ਤੁਹਾਡਾ ਪੁੱਤਰ ਰਹਿਣ ਯੋਗ ਨਹੀਂ ਹੈ। ਤੁਸੀਂ ਆਪਣੇ ਪੁੱਤਰ ਨੂੰ ਝਿੜਕਦੇ ਹੋ, ਹਰੇਕ ਗੱਲ ਦੇ ਵਿੱਚ ਉਹਦੀਆਂ ਕਮੀਆਂ ਲੱਭਦੇ ਹੋ ਤੇ ਉਹਨਾਂ ਕਮੀਆਂ ਨੂੰ ਦੇਖਦਿਆਂ ਹੋਇਆਂ ਆਪਣੇ ਪੁੱਤਰ ਦੇ ਪ੍ਰਤੀ ਜਿਹੜਾ ਸੁਭਾਅ ਹੈ ਉਹ ਕਠੋਰਤਾ ਵਾਲਾ ਹੀ ਧਾਰਨ ਕਰੀ ਰੱਖਦੇ ਹੋ। ਕਹਿੰਦੇ ਇਸ ਕਰਕੇ ਇਹ ਪੁੱਤਰ ਤੁਹਾਡੇ ਘਰ ਦੇ ਵਿੱਚ ਰਹਿਣ ਦੇ ਲਈ ਲਾਇਕ ਨਹੀਂ ਹੈ। ਛਤਰੀ ਬਰਨ ਕਰਮ ਤਸ ਨਾਹੀ, ਕਹਿੰਦੇ ਤੁਸੀਂ ਤਾਂ ਜਿਹੜਾ ਤੁਹਾਡਾ ਛਤਰੀਆਂ ਦਾ ਕਰਮ ਸੀ ਨਾ, ਜਿਹੜਾ ਖੱਤਰੀਆਂ ਦੀ ਰੀਤ ਹੈ, ਕਹਿੰਦੇ ਤੁਸੀਂ ਤਾਂ ਉਸ ਰੀਤ ਨੂੰ ਵੀ ਧਾਰਨ ਨਹੀਂ ਕੀਤਾ, ਇਸ ਕਰਕੇ ਇਹ ਤੁਹਾਡਾ ਪੁੱਤਰ ਤੁਹਾਡੇ ਘਰ ਦੇ ਵਿੱਚ ਰਹਿਣ ਯੋਗ ਨਹੀਂ ਹੈ। ਕਲਪ ਬ੍ਰਿਸ਼ ਜਿਹ ਨਿਪਜੇ ਮਾਗੂ, ਜਿਉ ਸੰਬਕ ਤੇ ਮੁਕਤਾ ਚਾਰੂ। ਤੇ ਕਹਿੰਦੇ ਇਹ ਤਾਂ ਫਿਰ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਕਹਿੰਦੇ ਇੱਕ ਕਲਪ ਬ੍ਰਿਸ਼ ਹੋਵੇ ਤੇ ਕਲਪ ਬ੍ਰਿਸ਼ ਹੁਣ ਮਾਰੂ ਥਲ ਦੇ ਵਿੱਚ ਪੈਦਾ ਹੋ ਜਾਵੇ, ਰੇਤਲੇ ਇਲਾਕੇ ਦੇ ਵਿੱਚ ਪੈਦਾ ਹੋ ਜਾਵੇ, ਜਿਸ ਰੇਤਲੇ ਇਲਾਕੇ ਦੇ ਵਿੱਚ ਪਾਣੀ ਵੀ ਦਾ ਕਿਸੇ ਵੀ ਤਰ੍ਹਾਂ ਦਾ ਸੋਮਾ ਨਹੀਂ, ਉਸ ਰੇਤਲੇ ਇਲਾਕੇ ਦੇ ਵਿੱਚ ਕਲਪ ਬ੍ਰਿਸ਼ ਹੋ ਜਾਵੇ। ਭਾਵ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਸੁੱਖਾਂ ਦੀ ਕਦਰ ਦਾ ਨਹੀਂ ਪਤਾ, ਤੁਹਾਨੂੰ ਇਹ ਨਹੀਂ ਪਤਾ ਵੀ ਉਸ ਪਰਮਾਤਮਾ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਿਸ ਤਰ੍ਹਾਂ ਕਰਨਾ ਹੈ। ਇਸੇ ਤਰ੍ਹਾਂ ਕਹਿੰਦੇ ਤੁਹਾਡੇ ਜੀਵਨ ਦੇ ਵਿੱਚ ਜਿਵੇਂ ਦਾਤਾਂ ਆ ਵੀ ਜਾਂਦੀਆਂ ਨੇ ਤਾਂ ਤੁਸੀਂ ਉਹਨਾਂ ਦਾਤਾਂ ਦੀ ਕੀਮਤ ਨਹੀਂ ਜਾਣ ਸਕਦੇ, ਤੁਸੀਂ ਉਹਨਾਂ ਦਾਤਾਂ ਦੇ ਬਾਬਤ ਸਮਝ ਨਹੀਂ ਸਕਦੇ। ਇਸੇ ਤਰ੍ਹਾਂ ਕਹਿੰਦੇ ਕਲਪ ਬ੍ਰਿਸ਼ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ। ਕਹਿੰਦੇ ਕਲਪ ਬ੍ਰਿਸ਼ ਦਾ ਤਾਂ ਫਿਰ ਇਹ ਸੁਭਾਅ ਹੋ ਗਿਆ ਵੀ ਜਿਵੇਂ ਮਾਰੂ ਥਲ ਦੇ ਮੈਦਾਨ ਦੇ ਵਿੱਚ ਇਹ ਕਲਪ ਬ੍ਰਿਸ਼ ਪੈਦਾ ਜਾਵੇ। ਕਿਉਂਕਿ ਕੁਝ ਕੁ ਮਿਥਿਹਾਸਕ ਤੱਤ ਜਦੋਂ ਅਸੀਂ ਭੋਖਣ ਦਾ ਯਤਨ ਕਰਦੇ ਆ ਨਾ ਤਾਂ ਉਹਨਾਂ ਦੇ ਵਿੱਚ ਇਹ ਕਲਪ ਬ੍ਰਿਸ਼ ਦੀ ਬੜੀ ਮਹਾਨਤਾ ਦਿੱਤੀ ਗਈ। ਕਲਪ ਬ੍ਰਿਸ਼ ਦਾ ਇਹ ਮੰਨਣਾ ਕੀਤਾ ਹੈ ਵੀ ਜਿਹੜਾ ਵੀ ਇਸ ਰੁੱਖ ਦੇ ਹੇਠ ਆ ਕੇ ਜਾਂ ਇਸ ਰੁੱਖ ਦੇ ਕੋਲੋਂ ਜਿਹੋ ਜੀ ਦਾਤ ਮੰਗੇਗਾ, ਜਿਹੋ ਜੀ ਚੀਜ਼ ਦੀ ਪ੍ਰਾਪਤੀ ਲਈ ਅਰਦਾਸ ਕਰੇਗਾ, ਉਹਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣਗੀਆਂ। ਤੇ ਹੁਣ ਉਹਨਾਂ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਰਾਏ ਬੁਲਾਰ ਜੀ ਇਹੀ ਆਖਦੇ ਨੇ
ਵੀ ਭਾਈ ਤੁਹਾਡੇ ਪੁੱਤਰ ਦੇ ਕੋਲੋਂ ਲੋਕ ਦਾਤਾਂ ਮੰਗਦੇ ਨੇ, ਤੁਹਾਡੇ ਪੁੱਤਰ ਦੀ ਸ਼ਰਨ ਦੇ ਵਿੱਚ ਆ ਕੇ ਲੋਕਾਂ ਦੇ ਮਨਾਂ ਨੂੰ ਸੁੱਖ ਮਿਲਦਾ ਹੈ, ਲੋਕਾਂ ਦੇ ਮਨਾਂ ਦੇ ਵਿੱਚ ਟਿਕਾ ਆ ਜਾਂਦਾ। ਪਰ ਤੁਹਾਡੇ ਘਰ ਦੇ ਵਿੱਚ ਇਹ ਪੁੱਤਰ ਹੈ, ਪੁੱਤਰ ਦੇ ਸੁਭਾਅ ਦੇ ਵਿੱਚ ਇਹ ਸਾਰੇ ਗੁਣ ਨੇ, ਤੁਹਾਡਾ ਪੁੱਤਰ ਦਾਤਾਂ ਦੇਣ ਵਾਲਾ, ਪਰ ਤੁਸੀਂ ਉਹਨਾਂ ਦਾਤਾਂ ਨੂੰ ਸਮਝਦੇ ਨਹੀਂ, ਆਪਣੇ ਪੁੱਤਰ ਦੇ ਸੁਭਾਅ ਨੂੰ ਨਹੀਂ ਸਮਝਦੇ, ਉਸ ਦੇ ਸੁਭਾਅ ਤੋਂ ਜਾਣੂ ਨਹੀਂ। ਤੁਸੀਂ ਦੁਨਿਆਵੀ ਪੱਖ ਨੂੰ ਲੈ ਕੇ ਹੀ ਆਪਣੇ ਪੁੱਤਰ ਦੇ ਬਾਬਤ ਇਹ ਸੁਭਾਅ ਵਰਤਦੇ ਹੋ। ਇਸ ਖਾਤਰ ਹੁਣ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਸਾਰਾ ਕੁਝ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ ਉਹਨਾਂ ਦੇ ਪੁੱਤਰ ਦੇ ਬਾਬਤ, ਤੇ ਨਾਲ ਹੀ ਫਿਰ ਉਦਾਹਰਨ ਵਰਤਦੇ ਨੇ, ਕਹਿੰਦੇ ਜਿਉਂ ਸੰਭਕ ਤੇ ਮੁਕਤਾ ਚਾਰੂ। ਤੇ ਕਹਿੰਦੇ ਜਿਵੇਂ ਮੂੰਗਫਲੀ ਦੀ ਖੇਤੀ ਹੁੰਦੀ ਹੈ ਨਾ, ਤਾਂ ਉਸ ਮੂੰਗਫਲੀ ਦੀ ਖੇਤੀ ਦੇ ਵਿੱਚ ਜਿਹੜੇ ਉਸ ਮੂੰਗਫਲੀ ਦੇ ਦਾਣੇ ਨੇ, ਕਹਿੰਦੇ ਉਹਨਾਂ ਦਾਣਿਆਂ ਦੀ ਜਗ੍ਹਾ ਮੋਤੀ ਨਿਕਲ ਆਉਣ। ਕਹਿੰਦੇ ਇਸੇ ਤਰ੍ਹਾਂ ਤੁਸੀਂ ਜਿਹੜੀ ਚੀਜ਼ ਹੈ ਉਹ ਤੁਹਾਡੇ ਘਰ ਦੇ ਵਿੱਚ ਇੰਜ ਪ੍ਰਤੀਤ ਹੋ ਰਹੀ ਵੀ ਉਹ ਜਗ੍ਹਾ ਗਲਤ ਹੋ ਗਈ, ਕਿਉਂਕਿ ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਸਮਝਦੇ ਨਹੀਂ। ਤੇ ਅਜੋਗ ਵਿਦ ਮੈਂ ਲਖ ਲੀਨੀ, ਈਸ਼ਵਰ ਕੀ ਗਤ ਪਰੇ ਨਾ ਚੀਨੀ। ਤੇ ਕਹਿੰਦੇ ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਹੁਣ ਆਖਦੇ ਨੇ, ਤੇ ਕਹਿੰਦੇ ਇਸੇ ਤਰ੍ਹਾਂ ਮੈਂ ਤੁਹਾਡੀ ਅਯੋਗ ਵਿਧੀ ਨੂੰ ਕਹਿੰਦੇ ਸਮਝ ਲਿਆ ਹੈ, ਮੈਂ ਤੁਹਾਡੀ ਸਾਰੀ ਚਾਲ ਚੱਲਣ, ਤੁਹਾਡੇ ਸੁਭਾਅ ਨੂੰ ਚੰਗੇ ਤਰੀਕੇ ਦੇ ਨਾਲ ਵੇਖ ਲਿਆ ਹੈ। ਤੇ ਕਹਿੰਦੇ ਤੁਸੀਂ ਈਸ਼ਵਰ ਦੀ ਗਤੀ ਨੂੰ ਸਮਝਦੇ ਨਹੀਂ, ਤੁਸੀਂ ਪਰਮਾਤਮਾ ਦੀਆਂ ਰਹਿਮਤਾਂ ਨੂੰ, ਪਰਮਾਤਮਾ ਦੀਆਂ ਵਡਿਆਈਆਂ ਨੂੰ ਸਮਝਦੇ ਨਹੀਂ ਹੋ। ਤੇ ਕਹਿੰਦੇ ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਬਹੁਤ ਔਖੇ ਸੁਭਾਅ ਦੇ ਨਾਲ ਉਹਨਾਂ ਦੇ ਨਾਲ ਬਤੀਤ ਆਉਂਦੇ। ਤੇ ਇਸੇ ਤਰ੍ਹਾਂ ਬਾਬਾ ਕਾਲੂ ਜੀ ਦਾ ਜਿਹੜਾ ਸੁਭਾਅ ਸੀ, ਤੇ ਇਹ ਸਾਰਾ ਕੁਝ ਜਦੋਂ ਸੁਣਿਆ ਮਹਿਤਾ ਕਾਲੂ ਜੀ ਦੇ ਕੋਲੋਂ, ਜਦੋਂ ਸਾਰਾ ਕੁਝ ਸੁਣਿਆ ਮਹਿਤਾ ਕਾਲੂ ਜੀ ਨੇ ਜਦੋਂ ਸਾਰਾ ਕੁਝ ਸੁਣਿਆ, ਤਾਂ ਇਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਸ਼ਰਮਿੰਦਗੀ ਵੀ ਹੁੰਦੀ ਹੈ। ਤੇ ਹੁਣ ਰਾਏ ਬੁਲਾਰ ਜੀ ਨੂੰ ਮਹਿਤਾ ਕਾਲੂ ਜੀ ਬਚਨ ਆਖਦੇ ਨੇ, ਮੁਝ ਸੋ ਕਰਤ ਅਦਕ ਤੁਮ ਰੋਸੂ, ਹਿਰਦੇ ਵਿਚਾਰੋ ਕਿਹ ਕੋ ਦੋਸ਼ੂ। ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਆਖਦੇ ਨੇ, ਕਹਿੰਦੇ ਤੁਸੀਂ ਮੇਰੇ ਨਾਲ ਬਹੁਤ ਰੋਸ ਕਰਦੇ ਹੋ, ਤੁਸੀਂ ਮੇਰੇ ਪ੍ਰਤੀ ਬਹੁਤ ਗੁੱਸਾ ਵੀ ਧਾਰਨ ਕੀਤਾ ਹੋਇਆ ਹੈ, ਮੇਰੇ ਉੱਤੇ ਰੋਸ ਦਾ ਪ੍ਰਗਟਾਵਾ ਕਰਦੇ ਹੋ। ਤੇ ਕਹਿੰਦੇ ਹਿਰਦੇ ਵਿਚਾਰੋ ਕਿਹ ਕੋ ਦੋਸ਼ੂ। ਮਹਿਤਾ ਕਾਲੂ ਜੀ ਆਖਦੇ ਨੇ ਕਿ ਤੁਸੀਂ ਆਪਣੇ ਇੱਕ ਵਾਰੀ ਹਿਰਦੇ ਦੇ ਵਿੱਚ ਇਹ ਵਿਚਾਰ ਕੇ ਦੇਖੋ ਵੀ ਸਾਡੇ ਦੋਨਾਂ ਪਿਓ ਪੁੱਤਾਂ ਦੇ ਵਿੱਚੋਂ ਦੋਸ਼ ਕਿਸ ਦਾ ਹੈ, ਕਿਸ ਦੇ ਕਾਰਨ ਇਹ ਸਾਰਾ ਕੁਝ ਹੁੰਦਾ ਹੈ, ਅਸਲ ਦੇ ਵਿੱਚ ਦੋਸ਼ੀ ਕੌਣ ਹੈ, ਤੁਸੀਂ ਇਸ ਦੀ ਵਿਚਾਰ ਕਰੋ। ਬਣ ਜਹੇਤ ਕਰ ਧੇਦ ਜਦਰਬਾ, ਜਾਏ ਫਕੀਰਨ ਅਰਪਿਓ ਸਰਬਾ। ਤੇ ਮਹਿਤਾ ਕਾਲੂ ਜੀ ਫਿਰ ਉਹੀ ਪ੍ਰਸੰਗ ਜਿਹੜਾ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਖਰਾ ਸੌਦਾ ਕਰਨ ਦੇ ਬਾਬਤ ਭੇਜਿਆ ਸੀ। ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਨੂੰ ਆਖਦੇ ਨੇ, ਕਹਿੰਦੇ ਮੈਂ ਇਹਨਾਂ ਨੂੰ ਵਪਾਰ ਕਰਨ ਦੇ ਵਾਸਤੇ ਕੁਝ ਮਾਇਆ ਦਿੱਤੀ ਸੀ, ਕੁਝ ਪੈਸੇ ਦਿੱਤੇ ਸਨ ਵੀ ਆਪਣੇ ਜੀਵਨ ਦੇ ਵਿੱਚ ਇਹੋ ਜਿਹਾ ਵਪਾਰ ਕਰਕੇ ਆਓ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਲਾਭਦਾਇਕ ਹੋਵੇ। ਤੇ ਇਸੇ ਕਰਕੇ ਕਹਿੰਦੇ ਜਿਹੜੀ ਮਾਇਆ ਮੈਂ ਇਹਨਾਂ ਨੂੰ ਫੜਾਈ ਸੀ, ਇਹ ਜਦੋਂ ਨਗਰ ਤੋਂ ਬਾਹਰ ਗਏ ਨੇ, ਕਿਸੇ ਹੋਰ ਇਲਾਕੇ ਦੇ ਵਿੱਚ ਵਪਾਰ ਕਰਨ ਲਈ ਭੇਜਿਆ ਗਿਆ, ਕਹਿੰਦੇ ਰਸਤੇ ਦੇ ਵਿੱਚ ਇੱਕ ਫਕੀਰਾਂ ਦੀ ਟੋਲੀ ਮਿਲੀ ਤੇ ਉਹਨਾਂ ਫਕੀਰਾਂ ਨੂੰ ਇਹ ਸਾਰੀ ਮਾਇਆ ਦੇ ਕੇ ਆ ਗਏ ਨੇ। ਬਹਿਰ ਨਗਰ ਤੇ ਵੈਸਿਓ ਦੁਰਕੈ, ਪੁੱਤਰ ਨਾ ਦੀਨੋ ਕੋ ਘਰ ਮੁਰਕੈ। ਤੇ ਕਹਿੰਦੇ ਘਰੇ ਵਾਪਸ ਆ ਕੇ ਜਦੋਂ ਵਾਪਸ ਆ ਗਏ ਨਾ ਪਿੰਡ ਦੇ ਵਿੱਚ, ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ, ਕੋਈ ਵੀ ਮੈਨੂੰ ਗੱਲ ਨਹੀਂ ਦੱਸੀ। ਕਹਿੰਦੇ ਨਗਰ ਤੋਂ ਬਾਹਰ ਸਗੋਂ ਲੁਕ ਕੇ ਬੈਠ ਗਏ ਨੇ। ਬਾਲੇ ਕਹੀ ਹਕੀਕਤ ਸਾਰੀ, ਤਹ ਬੈਸਿਓ ਸਰ ਜਹ ਬਿਨ ਬਾਨੀ। ਕਹਿੰਦੇ ਇਹ ਤਾਂ ਸਾਰੀ ਗੱਲ ਮੈਨੂੰ ਭਾਈ ਬਾਲੇ ਨੇ ਦੱਸਣਾ ਕੀਤੀ ਹੈ। ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਆਖਦੇ ਨੇ, ਕਹਿੰਦੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਤੁਸੀਂ ਮੈਨੂੰ ਝਿੜਕਦੇ ਹੋ ਨਾ, ਤੇ ਕਹਿੰਦੇ ਪਰ ਇਹਨਾਂ ਨੇ ਇਹ ਸਾਰਾ ਕਾਰਜ ਕੀਤਾ ਤੇ ਘਰੇ ਆ ਕੇ ਮੈਨੂੰ ਕੋਈ ਦੱਸਿਆ ਵੀ ਨਹੀਂ, ਮੈਨੂੰ ਤਾਂ ਬਾਲੇ ਨੇ ਆ ਕੇ ਦੱਸਿਆ। ਤੇ ਇਸ ਕਰਕੇ ਕਹਿੰਦੇ ਜਦੋਂ ਮੈਂ ਸਾਰੀ ਹਕੀਕਤ ਸੁਣੀ ਤੇ ਕਹਿੰਦੇ ਜਦੋਂ ਦੇਖਿਆ ਇਹ ਨਗਰ ਦੇ ਬਾਹਰ ਇੱਕ ਸੁੱਕੇ ਤਲਾਬ ਦੇ ਵਿੱਚ ਬੈਠੇ ਹੋਏ ਸਨ। ਜਬ ਕੋ ਜਨਮਿਓ ਸੁਰਤ ਸੰਭਾਲਾ, ਕਈ ਵਾਰ ਇਹ ਸਦਨ ਉਜਾਲਾ। ਤੇ ਹੁਣ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਜਦੋਂ ਤੋਂ ਇਹਨਾਂ ਨੇ ਜਨਮ ਲਿਆ ਹੈ,
ਜਦੋਂ ਤੋਂ ਸੁਰਤ ਸੰਭਾਲੀ ਹੈ, ਕਹਿੰਦੇ ਇਹਨਾਂ ਨੇ ਕਈ ਵਾਰ ਮੇਰੇ ਘਰ ਦਾ ਨੁਕਸਾਨ ਕੀਤਾ ਹੈ। ਸੁਣ ਬੁਲਾਰ ਪੁਨ ਗਿਰਾ ਬਖਾਨੀ, ਤਬ ਉਰ ਪਾਹਣ ਨਿੰਦਾ ਠਾਨੀ। ਤੇ ਹੁਣ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਹੁਣ ਬਚਨ ਆਖਦੇ ਨੇ, ਕਹਿੰਦੇ ਤੁਹਾਡਾ ਹਿਰਦਾ ਬਹੁਤ ਪੱਥਰ ਸੁਭਾਅ ਹੈ, ਤੁਹਾਡਾ ਪੱਥਰ ਦਿਲ ਹੈ, ਤੁਹਾਡੇ ਜੀਵਨ ਦੇ ਵਿੱਚ ਨਰਮਾਈ ਨਹੀਂ, ਕਠੋਰਤਾ ਹੈ। ਤੇ ਕਹਿੰਦੇ ਇਸ ਕਰਕੇ ਤੁਸੀਂ ਆਪਣੇ ਪੁੱਤਰ ਦੀ ਨਿੰਦਿਆ ਕਰਨ ਦੀ ਹੀ ਮਨ ਦੇ ਵਿੱਚ ਜਿਹੜੀ ਹੈ ਉਹ ਧਾਰੀ ਹੋਈ ਹੈ। ਪੁੱਤਰ ਨਹਿ ਨਹਿ ਪੈ ਜਗਤੇਸ਼ਾ, ਪਰਮਾਰਥ ਕੀ ਸੁਮਤ ਨ ਲੇਸ਼ਾ। ਤੇ ਕਹਿੰਦੇ ਨਾ ਹੀ ਤੁਹਾਡੇ ਮਨ ਦੇ ਵਿੱਚ ਪੁੱਤਰ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਪ੍ਰੇਮ ਹੈ, ਤੇ ਨਾ ਹੀ ਉਸ ਅਕਾਲ ਪ੍ਰਭੂ ਪਰਮਾਤਮਾ ਦਾ, ਈਸ਼ਵਰ ਦਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਮਨ ਦੇ ਵਿੱਚ ਡਰ ਭੈ ਹੈ। ਲੋਭ ਲਹਿਰ ਉਰ ਸ਼ਰਦਾ ਖਾਲੀ, ਅਜਮਤ ਸਮਝਤ ਚਿਤ ਨਾ ਵਿਸਾਲੀ। ਤੇ ਆਖਦੇ ਨੇ ਕਹਿੰਦੇ ਤੁਹਾਨੂੰ ਪਰਮਾਰਥ ਦੀ ਰਤਾ ਭਰ ਵੀ ਸਮਝ ਨਹੀਂ। ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ, ਕਹਿੰਦੇ ਤੁਹਾਨੂੰ ਪਰਮਾਤਮਾ ਦੀ ਰਮਜ ਦਾ ਕੁਝ ਵੀ ਨਹੀਂ ਪਤਾ, ਤੁਸੀਂ ਪਰਮਾਤਮਾ ਦੇ ਸੁਭਾਅ ਤੋਂ, ਉਸ ਦੇ ਗੁਣਾਂ ਤੋਂ ਜਾਣੂ ਨਹੀਂ ਹੋ। ਇਸੇ ਕਰਕੇ ਕਹਿੰਦੇ ਲੋਭ ਲਹਿਰ ਦੇ ਵਿੱਚ ਤੁਹਾਡਾ ਜਿਹੜਾ ਹਿਰਦਾ ਹੈ ਉਹ ਉਲਝਿਆ ਹੋਇਆ ਹੈ, ਤੇ ਇਸ ਕਰਕੇ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਸ਼ਰਧਾ ਸੀ ਨਾ, ਉਸ ਸ਼ਰਧਾ ਤੋਂ ਤੁਸੀਂ ਸਖਣੇ ਹੋ। ਅਜਮਤ ਸਮਝਤ ਚਿਤ ਨਾ ਵਿਸਾਲੀ। ਤੇ ਕਹਿੰਦੇ ਤੁਹਾਡੇ ਹਿਰਦੇ ਦੇ ਵਿੱਚ ਇਹੋ ਜਿਹੀ ਵਿਸ਼ਾਲਤਾ ਨਹੀਂ, ਤੁਹਾਡੇ ਜੀਵਨ ਦੇ ਵਿੱਚ ਇਹੋ ਜਿਹੀ ਕੋਈ ਵੀ ਕਸੌਟੀ ਨਹੀਂ ਜਿਸ ਦੇ ਨਾਲ ਤੁਸੀਂ ਉਹਨਾਂ ਵੱਡੀਆਂ ਕਰਾਮਾਤਾਂ ਨੂੰ ਸਮਝ ਸਕੋ। ਬਰ ਪਾਰਸ ਕਰ ਪਰ ਹਰ ਉਰਤੇ, ਚਾਹਤ ਫਿਰਤ ਸੋ ਕੋਟੀ ਪਰਤੇ। ਤੇ ਕਹਿੰਦੇ ਤੁਹਾਡੇ ਘਰ ਦੇ ਵਿੱਚ ਇੱਕ ਪਾਰਸ ਹੈ। ਆਮ ਤੌਰ ਦੇ ਉੱਤੇ ਪਾਰਸ ਦੀਆਂ ਉਦਾਹਰਨਾਂ ਬਹੁਤ ਵਰਤੀਆਂ ਜਾਂਦੀਆਂ ਨੇ। ਪਾਰਸ ਇੱਕ ਧਾਤ ਹੈ, ਇੱਕ ਪੱਥਰ ਹੁੰਦਾ, ਜਿਸ ਦੇ ਨਾਲ ਇੱਕ ਲੋਹੇ ਨੂੰ ਜੇਕਰ ਟੱਚ ਵੀ ਕਰ ਦਿੱਤਾ ਜਾਵੇ, ਲੋਹਾ ਸੁਹਾ ਵੀ ਦਿੱਤਾ ਜਾਵੇ, ਤਾਂ ਆਖਦੇ ਨੇ ਕਹਿੰਦੇ ਵੀ ਲੋਹਾ ਸੋਨੇ ਦਾ ਰੂਪ ਧਾਰਨ ਕਰ ਲੈਂਦਾ। ਇਸੇ ਤਰ੍ਹਾਂ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਇੱਕ ਘਟਨਾ ਆਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਹੁੰਦਾ ਹੈ ਨਾ, ਤਾਂ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜ ਕਾਲ ਦੇ ਸਮੇਂ ਗਾਹੇ ਬਗਾਹੇ ਰਾਤ ਬਰਾਤ ਨੂੰ ਕਿਤੇ ਨਾ ਕਿਤੇ ਕਿਸੇ ਵੀ ਭੇਸ ਦੇ ਵਿੱਚ ਉਹ ਆਪਣੇ ਨਗਰ ਦਾ, ਆਪਣੇ ਰਾਜ ਦਾ ਮੁਆਇਨਾ ਕਰਨ ਚਲੇ ਜਾਂਦੇ ਸਨ ਵੀ ਕਿਤੇ ਮੇਰੇ ਰਾਜ ਦੇ ਵਿੱਚ ਕੋਈ ਵਪਾਰੀ ਲੋਕਾਂ ਨੂੰ ਤੰਗ ਤਾਂ ਨਹੀਂ ਕਰ ਰਿਹਾ, ਲੋਕਾਂ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਤਾਂ ਨਹੀਂ। ਇਸੇ ਤਰ੍ਹਾਂ ਅਕਸਰ ਹੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜ ਦੇ ਵਿੱਚ ਕਿਤੇ ਨਾ ਕਿਤੇ ਭੇਸ ਬਦਲ ਕੇ ਜਾ ਕੇ ਉੱਥੇ ਆਪ ਜਾ ਕੇ ਸਾਰੀ ਪਰਖ ਕਰਦੇ ਸਨ ਵੀ ਕੋਈ ਪ੍ਰਜਾ ਨੂੰ ਤੰਗ ਤਾਂ ਨਹੀਂ ਕਰ ਰਿਹਾ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਇੱਕ ਬੁੱਢੀ ਮਾਈ ਬਜ਼ੁਰਗ ਉਮਰ ਦੇ ਵਿੱਚ ਵਡੇਰੀ ਸੀ, ਤੇ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਗਰੀਬੀ ਸੀ, ਬਹੁਤ ਗਰੀਬੀ ਭਰਿਆ ਜੀਵਨ ਉਸ ਬਜ਼ੁਰਗ ਮਾਤਾ ਨੇ ਬਤੀਤ ਕੀਤਾ। ਜਦੋਂ ਬਜ਼ੁਰਗ ਮਾਤਾ ਨੂੰ ਪਤਾ ਲੱਗਾ ਵੀ ਇਸ ਰਾਹ ਦੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਨੇ ਲੰਘਣਾ ਹੈ, ਤਾਂ ਬੁੱਢੀ ਮਾਈ ਨੇ ਆਪਣੇ ਘਰ ਦੇ ਵਿੱਚ ਇੱਕ ਲੋਹੇ ਦਾ ਤਵਾ ਚੱਕਿਆ ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਅਸਥਾਨ ਤੋਂ ਲੰਘਣਾ ਸੀ, ਜਿਸ ਰਾਸਤੇ ਤੋਂ ਲੰਘਣਾ ਸੀ, ਉਸ ਰਾਸਤੇ ਦੇ ਵਿੱਚ ਜਾ ਕੇ ਖੜੀ ਹੋ ਗਈ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਸ ਅਸਥਾਨ ਦੇ ਉੱਤੇ ਪਹੁੰਚਦੇ ਨੇ, ਤਾਂ ਮਾਈ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਪੈ ਪੈਂਦੀ। ਤੇ ਮਹਾਰਾਜਾ ਰਣਜੀਤ ਸਿੰਘ ਜੀ ਅਕਸਰ ਹੀ ਆਪਣੇ ਤੋਂ ਵਡੇਰਿਆਂ ਦਾ ਸਤਿਕਾਰ ਕਰਦੇ ਸਨ, ਤੇ ਜਦੋਂ ਇਹ ਸਾਰਾ ਕੁਝ ਦੇਖਿਆ ਤਾਂ ਮਾਈ ਨੂੰ ਰੋਕਿਆ ਵੀ ਤੁਸੀਂ ਮੇਰੇ ਤੋਂ ਵੱਡੇ ਹੋ, ਇਹੋ ਜਿਹਾ ਕਾਰਜ ਨਾ ਕਰੋ। ਸੇਵਕਾਂ ਨੇ ਵੀ ਰੋਕਣ ਦਾ ਯਤਨ ਕੀਤਾ, ਤੇ ਜਦੋਂ ਮਾਤਾ ਨੇ ਆਖਿਆ ਵੀ ਮੇਰਾ ਇਹ ਜਿਹੜਾ ਲੋਹੇ ਦਾ ਤਵਾ ਹੈ ਨਾ, ਮੈਨੂੰ ਇੱਕ ਵਾਰੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਦੇ ਨਾਲ, ਉਹਨਾਂ ਦੇ ਪੈਰਾਂ ਦੇ ਨਾਲ ਸੁਹਾ ਲੈਣ ਦਿਓ, ਤਾਂ ਜੋ ਮੇਰੀ ਵੀ ਜਿਹੜੀ ਗਰੀਬੀ ਹੈ ਕੱਟੀ ਜਾਵੇ। ਕਹਿੰਦੀ ਮੈਂ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ, ਜਿਹੜਾ ਵੀ ਇਹਦੇ ਨਾਲ ਸੁਹਾ ਜਾਂਦਾ ਤੇ ਕਹਿੰਦੇ ਉਹ ਕੰਗਾਲਾਂ ਤੋਂ ਰਾਜਾ ਬਣ ਜਾਂਦਾ। ਮੇਰਾ ਇਹ ਤਵਾ ਵੀ ਇਹਦੇ ਚਰਨਾਂ ਦੇ ਨਾਲ, ਇਹਦੇ ਸਰੀਰ ਦੇ ਨਾਲ ਸੁਹਾ ਦਿਓ, ਤਾਂ ਜੋ ਜਿਹੜਾ ਮੇਰਾ ਜੀਵਨ ਬਚਿਆ ਹੈ ਨਾ, ਉਹ ਮੈਂ ਗਰੀਬੀ ਭਰਿਆ ਜਿਹੜਾ ਜੀਵਨ ਕੱਟਿਆ ਸੀ, ਉਹ ਗਰੀਬੀ ਤੋਂ ਮੁਕਤ ਹੋ ਜਾਵਾਂ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀਆਂ ਕੰਨਾਂ ਦੇ ਨਾਲ ਇਹ ਸਾਰਾ ਸੁਣਿਆ,
ਆਪਣੀਆਂ ਅੱਖਾਂ ਦੇ ਨਾਲ ਇਹ ਸਾਰਾ ਦੇਖਿਆ ਕਿ ਮੇਰੇ ਪ੍ਰਤੀ, ਮੇਰੇ ਨਗਰ ਦੇ, ਮੇਰੇ ਇਲਾਕੇ ਦੇ, ਮੇਰੇ ਰਾਜ ਦੇ ਲੋਕ ਜਿਹੜੇ ਨੇ ਉਹ ਇਹੋ ਜਿਹੀ ਭਾਵਨਾ ਰੱਖਦੇ ਨੇ, ਮੈਨੂੰ ਇਸ ਤਰੀਕੇ ਦੇ ਨਾਲ ਦੇਖਦੇ ਨੇ, ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਇਸ ਮਾਈ ਨੂੰ ਜਿੰਨੇ ਵੀ ਧਨ ਦੀ ਲੋੜ ਹੈ, ਜਿਹੋ ਜਿਹੀ ਵੀ ਪਦਾਰਥਾਂ ਦੀ ਲੋੜ ਹੈ, ਇਸ ਸਾਰੇ ਪਦਾਰਥਾਂ ਦੀ ਇਹਦੀ ਜਿਹੜੀ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਭਾਵ ਉਹ ਮਾਤਾ ਦੇ ਮਨ ਦੇ ਵਿੱਚ ਭਾਵਨਾ ਸੀ ਕਿ ਮੈਂ ਜੇਕਰ ਉਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਦੇ ਨਾਲ ਇਹ ਤਵਾ ਛੁਆ ਦੇਵਾਂਗੀ, ਇਹ ਲੋਹੇ ਦਾ ਤਵਾ ਸੋਨੇ ਦਾ ਹੋ ਜਾਵੇਗਾ ਤੇ ਇਸ ਨੂੰ ਵੇਚ ਵੱਟ ਕੇ ਮੈਂ ਆਪਣੇ ਘਰ ਦੀ ਗਰੀਬੀ ਦੂਰ ਕਰ ਲਵਾਂਗੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹੋ ਜਿਹਾ ਸੁਭਾਅ ਦੇਖਿਆ, ਇਹੋ ਜਿਹਾ ਅਦਬ ਦੇਖਿਆ, ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਾਤਾ ਦੇ ਜੀਵਨ ਦੇ ਵਿੱਚ ਇਹੋ ਜਿਹੀ ਤਬਦੀਲੀ ਆਈ ਕਿ ਜਿੰਨਾ ਵੀ ਜੀਵਨ ਉਸ ਬਜ਼ੁਰਗ ਮਾਈ ਨੇ ਬਤੀਤ ਕੀਤਾ ਤੇ ਉਹ ਸਾਰਾ ਜੀਵਨ ਬਾਅਦ ਦੇ ਵਿੱਚ ਸੁੱਖਾਂ ਭਰਿਆ ਹੋਇਆ। ਇਸੇ ਤਰ੍ਹਾਂ ਹੁਣ ਪਾਰਸ ਦੀ ਉਦਾਹਰਨ ਵਰਤੀ ਵੀ ਆਖਿਆ ਗਿਆ ਕਿ ਪਾਰਸ ਨੂੰ ਜਿਹੜੀ ਵੀ ਚੀਜ਼ ਛੁਆ ਦਿੱਤੀ ਜਾਵੇ, ਉਹ ਪਾਰਸ ਦੇ ਵਿੱਚ ਇੰਨੀ ਕੁ ਸ਼ਮਤਾ ਹੈ ਕਿ ਉਹ ਲੋਹੇ ਨੂੰ ਸੋਨੇ ਦੇ ਵਿੱਚ ਵੀ ਬਦਲ ਦਿੰਦੀ ਹੈ। ਤੇ ਹੁਣ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਇੱਕ ਪਾਰਸ ਹੈ, ਪਰ ਤੁਸੀਂ ਕਹਿੰਦੇ ਉਸ ਪਾਰਸ ਦੀ ਕੀਮਤ ਨੂੰ ਨਹੀਂ ਜਾਣਿਆ। ਉਸ ਪਾਰਸ ਨੂੰ ਛੱਡ ਕੇ ਜਿਹੜਾ ਦੂਜਿਆਂ ਦੇ ਜੀਵਨ ਦੇ ਵਿੱਚ ਸ਼ੁੱਧਤਾ ਭਰਨ ਵਾਲਾ ਹੈ। ਹੁਣ ਸੋਨੇ ਦਾ ਸੁਭਾਅ ਹੁੰਦਾ ਵੀ ਸ਼ੁੱਧ ਹੁੰਦਾ, ਉਹ ਸੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਹੁਤੀ ਮਿਲਾਵਟ ਨਹੀਂ ਹੋ ਸਕਦੀ। ਜੇਕਰ ਕਿਸੇ ਤਰੀਕੇ ਦੀ ਮਿਲਾਵਟ ਕੀਤੀ ਵੀ ਜਾਵੇ ਨਾ, ਜਦੋਂ ਦੁਬਾਰਾ ਉਸ ਸੋਨੇ ਨੂੰ ਪਿਘਲਾਇਆ ਜਾਂਦਾ ਤਾਂ ਉਹ ਕੱਲਾ ਸੋਨਾ ਵੱਖ ਹੋ ਜਾਂਦਾ ਤੇ ਜਿਹੜੀ ਧਾਤ ਮਿਲਾਈ ਜਾਂਦੀ ਉਹ ਸਾਰੀ ਦੀ ਸਾਰੀ ਧਾਤ ਵੱਖਰੀ ਹੋ ਕੇ ਰਹਿ ਜਾਂਦੀ। ਤੇ ਇਸੇ ਤਰ੍ਹਾਂ ਤੇ ਉਹ ਰਾਏ ਗੁਲਾਬ ਜੀ ਆਖਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਪਾਰਸ ਦੇ ਰੂਪ ਦੇ ਵਿੱਚ ਪੁੱਤਰ ਜਨਮਿਆ। ਕਹਿੰਦੇ ਤੁਸੀਂ ਉਸ ਪਾਰਸ ਦੀ ਮਹਿਮਾ ਨੂੰ ਨਹੀਂ ਜਾਣਿਆ ਤੇ ਇਸ ਕਰਕੇ ਕਹਿੰਦੇ ਤੁਸੀਂ ਦੂਸਰਿਆਂ ਦੇ ਵੱਲ ਦੇਖ ਦੇਖ ਕੇ ਕਹਿੰਦੇ ਜਿਹਨੇ ਤੁਹਾਨੂੰ ਸੋਨਾ ਦੇਣਾ ਸੀ, ਜਿਹਨੇ ਤੁਹਾਡੇ ਜੀਵਨ ਦੇ ਵਿੱਚ ਸੁੱਖ ਭਰ ਦੇਣੇ ਸੀ, ਕਹਿੰਦੇ ਉਹਨਾਂ ਸੁੱਖਾਂ ਨੂੰ ਤਿਆਗ ਕੇ ਤੁਸੀਂ ਹੋਰ ਥਾਵਾਂ ਦੇ ਉੱਤੇ ਜਾ ਕੇ ਕੋਟੀਆਂ ਲੱਭਣ ਦੇ ਵਿੱਚ, ਕੋਟੀਆਂ ਇਕੱਠੀਆਂ ਕਰਨ ਦੇ ਵਿੱਚ ਲੱਗੇ ਹੋਏ। ਹੁਣ ਆਮ ਤੌਰ ਦੇ ਉੱਤੇ ਸਾਡੇ ਜੀਵਨ ਦੇ ਵਿੱਚ ਵੀ ਇਹੀ ਕੁਝ ਹੁੰਦਾ। ਸਾਨੂੰ ਪਤਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿੱਥੇ ਅਸੀਂ ਆਰਾਧਨਾ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਜਿਹਨੂੰ ਅਸੀਂ ਜਾਗਤ ਜੋਤ ਮੰਨਦੇ ਹਾਂ, ਹਾਜ਼ਰਾ ਹਜ਼ੂਰ ਮੰਨਦੇ ਹਾਂ, ਸਾਨੂੰ ਪਤਾ ਵੀ ਹੈ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ ਨੇ ਵੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਾਣੀ ਦਾ ਇੱਕ ਕਿਣਕਾ ਮਾਤਰ ਵੀ ਵਸਾ ਲਿਆ, ਉਹਨਾਂ ਦਾ ਜੀਵਨ ਜਿਹੜਾ ਸੀ ਉਹ ਬਦਲ ਗਿਆ। ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ, ਜੀਵਨ ਦੇ ਵਿੱਚ ਬਹੁਤ ਤਰ੍ਹਾਂ ਦੇ ਬਦਲਾਵ ਆ ਗਏ ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਜਿਉਣਾ ਕੀਤਾ। ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਭਾਈ ਮੰਝ ਜੀ ਦੀ ਸਾਖੀ ਦਾ ਵੀ ਜ਼ਿਕਰ ਕੀਤਾ ਸੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਨਿਗਾਹ ਹੀ ਪਈ ਭਾਈ ਮੰਝ ਜੀ ਦੇ ਉੱਤੇ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਗੁਰੂ ਚਰਨਾਂ ਦੇ ਵਿੱਚ ਲੇਖੇ ਲਗਾ ਦਿੱਤਾ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਅਨੇਕਾਂ ਪਾਤਰ ਹੋਰ ਵੀ ਆਉਂਦੇ ਨੇ ਤੇ ਸਾਨੂੰ ਵੀ ਇਸ ਤਰੀਕੇ ਦੇ ਨਾਲ ਸਮਝਣਾ ਚਾਹੀਦਾ ਵੀ ਅਸੀਂ ਇਸ ਪਾਰਸ ਨੂੰ, ਗੁਰੂ ਰੂਪੀ ਪਾਰਸ ਨੂੰ ਛੱਡ ਕੇ ਜਿਸੇ ਹੋਰ ਥਾਵਾਂ ਦੇ ਉੱਤੇ ਜਾ ਕੇ ਭਟਕਦੇ ਆ ਨਾ, ਤਾਂ ਇਹ ਮਤਲਬ ਸੋਚ ਲੈਣਾ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਚੰਗੇ ਪਦਾਰਥ ਇਕੱਠੇ ਕਰ ਲਵਾਂਗੇ। ਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ ਨਾ ਵੀ ਤੁਸੀਂ ਪਾਰਸ ਨੂੰ ਛੱਡਿਆ ਤੇ ਇਸ ਕਰਕੇ ਤੁਸੀਂ ਹੁਣ ਹੋਰ ਥਾਵਾਂ ਦੇ ਉੱਤੇ ਜਾ ਕੇ ਕੋਡੀਆਂ ਇਕੱਠੀਆਂ ਕਰਨ ਦੇ ਵਿੱਚ ਲੱਗੇ ਹੋ। ਗੁਰੂ ਦਾ ਦਰ ਛੱਡ ਕੇ ਅਸੀਂ ਕਿ ਜੇ ਕਿਤੇ ਹੋਰ ਥਾਂ ਦੇ ਉੱਤੇ ਜਾਵਾਂਗੇ, ਜਿਹੋ ਜੇ ਰਤਨ ਰੂਪੀ ਪਦਾਰਥ ਸਾਨੂੰ ਗੁਰੂ ਤੋਂ ਮਿਲ ਜਾਣੇ ਨਾ, ਜੇਕਰ ਅਸੀਂ ਇਹਨਾਂ ਨੂੰ ਛੱਡ ਕੇ ਹੋਰ ਥਾਵਾਂ ਦੇ ਉੱਤੇ ਭਟਕਾਂਗੇ ਤਾਂ ਸਮਝ ਲੈਣਾ ਅਸੀਂ ਆਪਣੇ ਜੀਵਨ ਦੇ ਵਿੱਚ ਕੋਡੀਆਂ ਇਕੱਠੀਆਂ ਕਰ ਰਹੇ ਹਾਂ, ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਮੁੱਲ ਨਹੀਂ ਹੁੰਦਾ। ਸਾਨੂੰ ਗੁਰੂ ਦੀ ਮਹਿਮਾ ਦਾ ਪਤਾ ਹੈ, ਸਾਨੂੰ ਗੁਰੂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ, ਗੁਰੂ ਦੇ ਉੱਤੇ ਨਿਸ਼ਚਾ ਰੱਖਣਾ ਚਾਹੀਦਾ। ਜਦੋਂ ਗੁਰੂ ਦੇ ਉੱਤੇ ਵਿਸ਼ਵਾਸ ਹੋ ਗਿਆ, ਗੁਰੂ ਦੇ ਉੱਤੇ ਨਿਸ਼ਚਾ ਪੱਕਾ ਹੋ ਗਿਆ, ਗੁਰੂ ਦੇ ਨਾਲ ਪ੍ਰੇਮ ਪੈ ਗਿਆ, ਤਾਂ ਸਾਡੇ ਜੀਵਨ ਦੇ ਵਿੱਚ ਇਹੋ ਜਿਹੀਆਂ ਗੁਰੂ ਸਾਹਿਬ ਬਖਸ਼ਿਸ਼ਾਂ ਕਰਨਗੇ ਜਿਹਨੂੰ ਅਸੀਂ ਕਿਸੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਜਿਨ੍ਹਾਂ ਦਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਵਿਖਿਆਨ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੁਣ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ, ਤੁਹਾਡੇ ਘਰ ਦੇ ਵਿੱਚ ਜਿਹੜੀ ਵੀ ਚੀਜ਼ ਹੈ ਨਾ, ਤੁਹਾਡਾ ਜਿਹੜਾ ਪੁੱਤਰ ਹੈ, ਤੁਸੀਂ ਉਹਨਾਂ ਦੀ ਮਹਿਮਾ ਨੂੰ ਸਮਝਿਆ ਨਹੀਂ, ਸਗੋਂ ਉਸ ਚੀਜ਼ ਦੀ ਤੁਲਨਾ ਦੁਨੀਆ ਦੇ ਲੋਕ ਜਿਹੜੇ ਨੇ ਉਹਨਾਂ ਦੇ ਧੀਆਂ ਪੁੱਤਰਾਂ ਦੇ ਨਾਲ ਕਰ ਰਹੇ। ਕਹਿੰਦੇ ਪਰ ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਨਹੀਂ ਸਮਝਦੇ, ਇਸ ਕਰਕੇ ਕਹਿੰਦੇ ਤੁਸੀਂ ਉਸ ਚੰਗਿਆਈ ਨੂੰ ਉੱਥੋਂ ਜਿਹੜਾ ਧਾਰਨ ਕਰਨਾ ਸੀ ਉਹ ਛੱਡ ਕੇ
ਦੁਨਿਆਵੀ ਪੱਖ ਦੇਖ ਕੇ ਕਿ ਦੁਨੀਆ ਦੇ ਲੋਕਾਂ ਜਿਹੜੇ ਉਹਨਾਂ ਦੇ ਧੀਆਂ ਪੁੱਤਰ ਨੇ ਨਾ ਬਹੁਤ ਧਨ ਦੌਲਤ ਕਮਾਉਂਦੇ ਨੇ, ਪਰ ਕਹਿੰਦੇ ਜਿਹੜਾ ਤੁਹਾਡੇ ਘਰ ਦੇ ਵਿੱਚ ਜਨਮਿਆ ਹੈ, ਜਿਹੜਾ ਧਨ ਇਹਨੇ ਇਕੱਠਾ ਕੀਤਾ, ਇਸ ਧਨ ਦੇ ਇਹੋ ਜਿਹੇ ਭੰਡਾਰ ਨੇ ਕਿ ਦੁਨੀਆ ਜੇਕਰ ਚਾਹਵੇ ਸਾਰੀ ਵੀ ਇਸ ਦਰ ਦੇ ਉੱਤੇ ਆ ਕੇ ਇਹ ਭੰਡਾਰ ਵਰਤ ਲਵੇ, ਕਹਿੰਦੇ ਇਹੋ ਜਿਹੇ ਧਨ ਦੀ ਕਦੇ ਤੋਟ ਨਹੀਂ ਆਵੇਗੀ, ਕਦੇ ਵੀ ਤੋਟਾ ਨਹੀਂ ਆਵੇਗੀ। ਤੁਸੀਂ ਇਸ ਦੇ ਮਹਿਮਾ ਨੂੰ ਸਮਝ ਨਾ ਕਰੋ। ਜਿਉ ਅਜਾਨ ਕੋ ਪ੍ਰਾਪਤ ਹੀਰਾ, ਕਿਉ ਸੁਖ ਪਾਵਹਿ ਰੰਕ ਅਤੀਰਾ। ਤੇ ਕਹਿੰਦੇ ਜੇਕਰ ਕਿਸੇ ਨੂੰ ਹੀਰੇ ਦੀ ਪ੍ਰਾਪਤੀ ਹੋ ਜਾਵੇ ਤੇ ਜੀਵਨ ਦੇ ਵਿੱਚ ਹੀਰੇ ਨੂੰ ਅਸੀਂ ਸਮਝਦੇ ਹਾਂ ਕਿ ਹੀਰੇ ਦਾ ਮੁੱਲ ਬਹੁਤ ਹੁੰਦਾ। ਕਹਿੰਦੇ ਜੇਕਰ ਕਿਸੇ ਗਰੀਬ ਨੂੰ ਹੀਰਾ ਮਿਲ ਜਾਵੇ ਤਾਂ ਕਹਿੰਦੇ ਫਿਰ ਪਤਾ ਹੀ ਹੈ ਵੀ ਸਾਨੂੰ ਉਹ ਹੀਰੇ ਨੂੰ ਵੇਚ ਵੱਟ ਕੇ ਆਪਣੀ ਜਿੱਥੇ ਗਰੀਬੀ ਦੂਰ ਕਰੇਗਾ ਤੇ ਕਹਿੰਦੇ ਉਹਦਾ ਜੀਵਨ ਵੀ ਸੁੱਖਾਂ ਭਰਿਆ ਬਤੀਤ ਹੋ ਜਾਵੇਗਾ। ਕਹਿੰਦੇ ਵੀ ਹੁਣ ਤਾਂ ਤੁਹਾਡਾ ਸੁਭਾਅ ਇਹ ਹੋ ਗਿਆ ਵੀ ਕਿਸੇ ਮੂਰਖ ਨੂੰ ਹੀਰਾ ਮਿਲ ਗਿਆ ਤੇ ਕਹਿੰਦੇ ਉਸ ਹੀਰੇ ਦੀ ਕੀਮਤ ਨਹੀਂ ਸਮਝੀ, ਇਸ ਕਰਕੇ ਕਹਿੰਦੇ ਤੁਹਾਡਾ ਜੀਵਨ ਜਿਹੜਾ ਸੀ ਉਹ ਤੁਹਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਕੰਗਾਲਾਂ ਵਾਲਾ ਜੀਵਨ ਜਿਹੜਾ ਹੈ ਤੁਸੀਂ ਬਤੀਤ ਕਰ ਰਹੇ ਹੋ। ਇਹ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ ਵੀ ਤੁਸੀਂ ਆਪਣੇ ਪੁੱਤਰ ਦੀ ਮਹਿਮਾ ਨੂੰ ਸਮਝੋ, ਆਪਣੇ ਪੁੱਤਰ ਦੀ ਤੁਲਨਾ ਕਿਸੇ ਦੂਜੇ ਲੋਕਾਂ ਦੇ ਨਾਲ ਨਾ ਕਰੋ। ਤੁਹਾਡਾ ਪੁੱਤਰ ਰੱਬੀ ਜੋਤ ਹੈ, ਉਸ ਨੂੰ ਰੱਬੀ ਜੋਤ ਕਰਕੇ ਉਹਦਾ ਆਦਰ ਸਤਿਕਾਰ ਕਰੋ। ਉਹਨਾਂ ਦੇ ਪ੍ਰਤੀ ਜਿਹੜਾ ਤੁਸੀਂ ਨਿਰਦਈਆਂ ਵਾਲਾ ਕਠੋਰਤਾ ਵਾਲਾ ਸੁਭਾਅ ਚੱਕਿਆ ਹੈ ਨਾ, ਉਸ ਸਾਰੇ ਸੁਭਾਅ ਨੂੰ ਤਿਆਗ ਦਿਓ। ਇਸੇ ਤਰ੍ਹਾਂ ਰਾਏ ਗੁਲਾਬ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਅਗਲੇਰੇ ਦੀਵਾਨਾਂ ਦੇ ਵਿੱਚ ਰਹਿੰਦੀਆਂ ਵਿਚਾਰਾਂ ਸਰਵਣ ਕਰਾਂਗੇ ਕਿ ਮਹਿਤਾ ਕਾਲੂ ਜੀ ਨੂੰ ਜਾਂ ਰਾਏ ਗੁਲਾਬ ਜੀ ਕੀ ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਆਖਦੇ ਨੇ, ਕੀ ਕੁਝ ਉਹਨਾਂ ਨੂੰ ਸਮਝਾਉਣਾ ਕਰਦੇ ਨੇ, ਉਹ ਅਗਲੇਰੇ ਦੀਵਾਨਾਂ ਦੇ ਵਿੱਚ ਵਿਚਾਰਾਂ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।